ਵਾਹਿਗੁਰੂ ਜੀ। ਡੰਡਾਉਤ ਬੰਧਨ ਅਨਕ ਬਾਰ, ਸਰਬ ਕਲਾ ਸਮਰੱਥ। ਡੋਲਣ ਤੇ ਰਾਖੋ ਪ੍ਰਭੂ, ਨਾਨਕ ਦੇ ਕਰ ਹੱਥ। ਕਹਾ ਬੁੱਧ ਪ੍ਰਭ ਤੁਛ ਹਮਾਰੀ, ਬਰਨ ਸਕਹ ਮਹਿਮਾ ਜੋ ਤਿਹਾਰੀ। ਹਮ ਨਾ ਸਕਤ ਕਰ ਸਿਫਤ ਤੁਮਾਰੀ, ਆਪ ਲਿਹੋ ਤੁਮ ਕਥਾ ਸੁਧਾਰੀ। ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਆਖਣ ਜੋਰ ਚੁੱਪੈ ਨਹਿ ਜੋਰ, ਜੋਰ ਨਾ ਮੰਗਣ ਦੇਣ ਨਾ ਜੋਰ। ਜੋਰ ਨਾ ਜੀਵਨ ਮਰਨ ਨਹਿ ਜੋਰ, ਜੋਰ ਨਾ ਰਾਜ ਮਾਲ ਮਨ ਸੋਰ। ਆਖਣ ਜੋਰ ਚੁੱਪੈ ਨਹਿ ਜੋਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਸਭ ਸੰਗਤਾਂ ਬੜੇ ਭਾਗਾਂ ਵਾਲੇ ਹੋ। ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਗੁਰਬਾਣੀ ਸੁਣ ਕਰਕੇ ਆਪਣੇ ਅਮੋਲਕ ਸਵਾਸਾਂ ਦੀਆਂ ਘੜੀਆਂ ਨੂੰ ਸਫਲਾ ਬਣਾ ਰਹੇ ਹੋ। ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਦੀ ਚੱਲ ਰਹੀ ਲੜੀਵਾਰ ਕਥਾ ਵਿਚਾਰ ਆਪ ਸਾਰੀਆਂ ਸੰਗਤਾਂ ਨੇ ਪਿਛਲੇ ਦੀਵਾਨਾਂ ਅੰਦਰ 32 ਪੌੜੀਆਂ ਤੱਕ ਦੀ ਵਿਚਾਰ ਸ਼੍ਰਵਣ ਕੀਤੀ ਹੈ। 33ਵੀਂ ਪੌੜੀ ਆਰੰਭ ਹੁੰਦੀ ਹੈ। ਆਓ ਇਸ 33ਵੀਂ ਪੌੜੀ ਦੀ ਵਿਚਾਰ ਸ਼੍ਰਵਣ ਕਰੀਏ। ਸਤਿਗੁਰੂ ਮਹਾਰਾਜ ਜੀ ਕੀ ਸਾਨੂੰ ਉਪਦੇਸ਼ ਦਿੰਦੇ ਨੇ, ਉਹ ਉਪਦੇਸ਼ ਅਸੀਂ ਆਪਣੇ ਜੀਵਨ ਦੇ ਵਿੱਚ ਢਾਲ ਕਰਕੇ ਸਤਿਗੁਰੂ ਮਹਾਰਾਜ ਜੀ ਦੀ ਖੁਸ਼ੀ ਦੇ ਪਾਤਰ ਬਣੀਏ ਜੀ। ਅਤੇ ਸਤਿਗੁਰੂ ਮਹਾਰਾਜ ਜੀ ਇਸ 33ਵੀਂ ਪੌੜੀ ਦੇ ਵਿੱਚ ਸਿੱਧਾਂ ਦੇ ਨਾਲ ਚਰਚਾ ਕਰਦੇ ਨੇ ਅਤੇ ਸਿੱਧਾਂ ਨੂੰ ਚਰਚਾ ਦੇ ਵਿੱਚ ਮਹਾਰਾਜ ਜੀ ਉਪਦੇਸ਼ ਦਿੰਦੇ ਹੋਏ ਸਤਿਗੁਰੂ ਜੀ ਕਹਿ ਰਹੇ ਨੇ। ਆਖਣ ਜੋਰ ਚੁੱਪੈ ਨਹਿ ਜੋਰ। ਸਿੱਧਾਂ ਨੇ ਮਹਾਰਾਜ ਜੀ ਨੂੰ ਸਵਾਲ ਕੀਤਾ ਹੈ ਕਿ ਮਹਾਰਾਜ ਜੀ ਉਹ ਜਿਹੜਾ ਪਰਮੇਸ਼ਰ ਵਾਹਿਗੁਰੂ ਹੈ ਉਹ ਸੁਤੰਤਰ ਹੈ ਕਿ ਪਤੰਤਰ ਹੈ? ਸੁਤੰਤਰ ਹੁੰਦਾ ਆਜ਼ਾਦ ਹੋਣਾ, ਪਤੰਤਰ ਹੁੰਦਾ ਕਿ ਅਧੀਨ ਹੋਣਾ। ਕਿ ਉਹ ਜਿਹੜਾ ਪਰਮਾਤਮਾ ਹੈ ਉਹ ਪਰਮਾਤਮਾ ਕਿਸੇ ਦੇ ਅਧੀਨ ਹੈ ਕਿ ਆਜ਼ਾਦ ਹੈ? ਤੇ ਸੱਚੇ ਪਾਤਸ਼ਾਹ ਮਹਾਰਾਜ ਜੀ ਸਿੱਧਾਂ ਨੂੰ ਸਮਝਾਉਂਦੇ ਹੋਏ ਸਤਿਗੁਰੂ ਮਹਾਰਾਜ ਜੀ ਕਹਿੰਦੇ ਨੇ, ਭਾਈ ਆਖਣ ਜੋਰ ਚੁੱਪਾ ਨਹਿ ਜੋਰ। ਕਿ ਉਹ ਜਿਹੜਾ ਪਰਮੇਸ਼ਰ ਵਾਹਿਗੁਰੂ ਹੈ ਨਾ, ਉਹ ਬਹੁਤ ਹੀ ਜ਼ਿਆਦਾ ਬੇਅੰਤ ਹੈ। ਅਤੇ ਉਸ ਬੇਅੰਤ ਪਰਮੇਸ਼ਰ ਵਾਹਿਗੁਰੂ ਦੀ ਸਿਫਤ ਸਲਾਹ ਕਰਨ ਦੇ ਲਈ ਵੀ ਸਾਡੇ ਕੋਲ ਜ਼ੋਰ ਨਹੀਂ ਹੈ, ਬਲ ਨਹੀਂ ਹੈ। ਅਤੇ ਜਾ ਕਹਿ ਸਕਦੇ ਹਾਂ ਕਿ ਜਿਤਨੇ ਵੀ ਧਾਰਮਿਕ ਗ੍ਰੰਥ ਨੇ, ਵੇਦ ਸ਼ਾਸਤਰ ਨੇ, ਸਿਮਰਤੀਆਂ ਨੇ, ਪੁਰਾਣ ਨੇ, ਅਤੇ ਉਹਨਾਂ ਦਾ ਜਿਹੜਾ ਵਿਖਿਆਨ ਕਰਨ ਦਾ ਕਿਸੇ ਕੋਲ ਬਲ ਨਹੀਂ ਹੈ। ਅਤੇ ਜਾ ਕਹਿ ਲਓ ਕਿ ਇਹਨਾਂ ਨੂੰ ਕੋਈ ਵਿਖਿਆਨ ਨਹੀਂ ਕਰ ਸਕਦਾ, ਕਿਸੇ ਕੋਲ ਇੰਨਾ ਬਲ ਨਹੀਂ ਹੈ। ਅਤੇ ਪਾਤਸ਼ਾਹ ਜੀ ਕਹਿੰਦੇ ਨੇ ਚੁੱਪੈ ਨਹਿ ਜੋਰ। ਅਤੇ ਕਿਸੇ ਕੋਲ ਚੁੱਪ ਰਹਿਣ ਦਾ ਵੀ ਜ਼ੋਰ ਨਹੀਂ, ਬਲ ਨਹੀਂ ਹੈ। ਚੁੱਪ ਰਹਿਣ ਵਾਸਤੇ ਵੀ ਬਲ ਦੀ ਲੋੜ ਹੁੰਦੀ ਹੈ। ਬਾਹਰੋਂ ਬੇਸ਼ੱਕ ਕੋਈ ਬੰਦਾ ਆਪਣੀ ਜਿਹੜੀ ਜ਼ੁਬਾਨ ਹੈ ਉਹਦੇ ਉੱਪਰ ਕੰਟਰੋਲ ਕਰ ਲਵੇ, ਪਰ ਜਿਹੜਾ ਮਨ ਹੈ ਉਹ ਮਨ ਹਮੇਸ਼ਾ ਬੋਲਦਾ ਰਹਿੰਦਾ ਹੈ। ਜ਼ੁਬਾਨ ਜਿਹੜੀ ਉਹ ਚੁੱਪ ਕਰ ਜਾਂਦੀ ਹੈ, ਮੂੰਹ ਚੁੱਪ ਕਰ ਜਾਂਦਾ ਹੈ, ਜ਼ੁਬਾਨ ਨਹੀਂ ਹਿੱਲਦੀ। ਪਰ ਅਸਲ ਦੇ ਵਿੱਚ ਜਿਹੜਾ ਮਨ ਹੈ ਨਾ, ਉਹ ਮਨ ਬੋਲਦਾ ਰਹਿੰਦਾ। ਪਾਤਸ਼ਾਹ ਜੀ ਕਹਿੰਦੇ ਨੇ, ਭਾਈ ਚੁੱਪੈ ਨਹਿ ਜੋਰ। ਚੁੱਪ ਰਹਿਣ ਦੇ ਉੱਤੇ ਵੀ ਜ਼ੋਰ ਨਹੀਂ ਹੈ। ਅਤੇ ਜਿਹੜਾ ਉਹ ਪਰਮੇਸ਼ਰ ਵਾਹਿਗੁਰੂ ਹੈ ਨਾ, ਉਹ ਸੁਤੰਤਰ ਹੈ, ਉਹ ਆਜ਼ਾਦ ਹੈ। ਅਤੇ ਉਹਦਾ ਜਿਹੜਾ ਸਾਰਿਆਂ 'ਤੇ ਹੀ ਜ਼ੋਰ ਚੱਲਦਾ ਹੈ। ਉਹ ਵੇਦ ਨੇ ਜਿਹੜੇ
ਜਾਂ ਕਹਿ ਲਓ ਪੁਰਾਣ ਸ਼ਾਸਤਰ ਨੇ, ਜਾਂ ਕਹਿ ਲਈਏ ਜਿੰਨੇ ਧਾਰਮਿਕ ਗ੍ਰੰਥ ਨੇ, ਉਹਦਾ ਇਹਨਾਂ ਸਾਰੇ ਗ੍ਰੰਥਾਂ ਦੇ ਉੱਤੇ ਵੀ ਜ਼ੋਰ ਹੈ। ਅਤੇ ਉਹਦੇ ਜ਼ੋਰ ਕਰਕੇ, ਉਹਦੇ ਬਲ ਕਰਕੇ ਜੇ ਉਹ ਕਿਰਪਾ ਕਰ ਦੇਵੇ ਤਾਂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਨੇ, ਭਾਈ ਮੂਕ ਉਚਰੈ ਸ਼ਾਸਤਰ ਖਟ, ਪਿੰਗ ਗਿਰਨ ਚੜ੍ਹ ਜਾਏ, ਅੰਧ ਲਖੈ ਬਦਰੋ ਸੁਣੈ, ਜੋ ਕਾਲ ਕਿਰਪਾ ਕਰਾਏ। ਜੇਕਰ ਪਰਮੇਸ਼ਰ ਵਾਹਿਗੁਰੂ ਦੀ ਕਿਰਪਾ ਹੋ ਜਾਵੇ ਨਾ, ਤੇ ਕਹਿੰਦੇ ਗੂੰਗਾ ਜਿਹੜਾ ਉਹ ਸ਼ਾਸਤਰ ਉਚਾਰਨ ਲੱਗ ਜਾਂਦਾ, ਤੇ ਜਿਹੜਾ ਅੰਨਾ ਹੈ ਅੰਨੇ ਨੂੰ ਦੇਖਣ ਲੱਗ ਜਾਂਦਾ ਹੈ। ਅੰਨਾ ਬੰਦਾ ਪਰਬਤ ਤੇ ਚੜ੍ਹ ਸਕਦਾ ਹੈ, ਤੇ ਬੋਲਾ ਜਿਹੜਾ ਬੋਲੇ ਨੂੰ ਸੁਣਨ ਲੱਗ ਜਾਂਦਾ ਹੈ। ਤੇ ਜਿਹੜਾ ਕੋਈ ਐਸਾ ਵਿਅਕਤੀ ਹੈ ਨਾ ਜਿਹੜਾ ਅਗਿਆਨਤਾ ਦੇ ਵਸ ਪਿਆ ਹੋਇਆ, ਅਗਿਆਨਤਾ ਦੇ ਵਸ ਪਏ ਹੋਣ ਕਰਕੇ ਵਿਅਕਤੀ ਉਸ ਪਰਮੇਸ਼ਰ ਵਾਹਿਗੁਰੂ ਤੋਂ ਟੁੱਟ ਚੁੱਕਿਆ। ਜੇ ਪਰਮੇਸ਼ਰ ਵਾਹਿਗੁਰੂ ਦੀ ਕਿਰਪਾ ਹੋ ਗਈ ਤੇ ਫਿਰ ਉਹ ਜਿਹੜਾ ਜੀਵ ਹੈ ਨਾ, ਉਹ ਵਾਹਿਗੁਰੂ ਦੀ ਸਿਫਤ ਸਲਾਹ ਕਰਨ ਦੇ ਵਿੱਚ ਸਮਰੱਥ ਹੋ ਜਾਂਦਾ, ਜਾਂ ਕਹਿ ਲਈਏ ਉਹਨੂੰ ਉਤਨਾ ਕੁ ਬਲ ਮਿਲ ਜਾਂਦਾ। ਉਸ ਬਲ ਦੇ ਜ਼ਰੀਏ ਉਹ ਪਰਮੇਸ਼ਰ ਵਾਹਿਗੁਰੂ ਦੀ ਸਿਫਤ ਸਲਾਹ ਕਰ ਸਕਦਾ। ਤੇ ਪਾਤਸ਼ਾਹ ਜੀ ਕਹਿੰਦੇ ਨੇ, ਭਾਈ ਚੁੱਪੈ ਨਹਿ ਜ਼ੋਰ, ਤੇ ਚੁੱਪ ਰਹਿਣ ਦੇ ਵਿੱਚ ਵੀ ਜ਼ੋਰ ਨਹੀਂ ਹੈ। ਕੋਈ ਬੰਦਾ ਕਹੇ ਕਿ ਮੈਂ ਬੋਲਦਾ ਨਹੀਂ, ਕਿ ਜਿਵੇਂ ਆਪਾਂ ਸਾਰਿਆਂ ਨੂੰ ਪਤਾ ਹੈ ਕਿ ਸਨਾਤਨ ਮਤ ਦੇ ਵਿੱਚ ਮੋਨੀਆਂ ਦੀ ਬੜੀ ਜ਼ਿਆਦਾ, ਜਿਹੜੇ ਮੋਨੀ ਲੋਕ ਹੁੰਦੇ ਨੇ ਨਾ, ਉਹਨਾਂ ਦੇ ਕਰਮ ਕਾਂਡ ਬਹੁਤੇ ਹੁੰਦੇ ਨੇ। ਜਿਹੜੇ ਮੋਨੀ ਲੋਕ ਨੇ ਨਾ, ਜਿਹੜੇ ਆਪਣੇ ਆਪ ਨੂੰ ਕਹਿੰਦੇ ਨੇ ਕਿ ਅਸੀਂ ਬੋਲਦੇ ਨਹੀਂ, ਅਸੀਂ ਚੁੱਪ ਰਹਿੰਦੇ ਹਾਂ, ਉਹਨਾਂ ਦੀ ਬਹੁਤ ਜ਼ਿਆਦਾ ਜਿਹੜੀ ਆਓ ਭਗਤ ਕੀਤੀ ਜਾਂਦੀ ਹੈ ਸਨਾਤਨ ਮਤ ਦੇ ਵਿੱਚ ਵੀ। ਤੇ ਇਹ ਹਰੇਕ ਮਤ ਦੇ ਵਿੱਚ ਹੁੰਦੇ ਨੇ। ਜੈਨੀ ਮਤ ਦੇ ਵਿੱਚ ਵੀ ਮੋਨੀ ਹੁੰਦੇ ਨੇ ਕਿ ਜਿਹੜੇ ਜ਼ਿਆਦਾ ਬਹੁਤਾ ਬੋਲਦੇ ਨਹੀਂ। ਉਸੇ ਤਰ੍ਹਾਂ ਸਾਡੇ ਵੀ ਅੱਜ ਕੱਲ੍ਹ ਇਹ ਪ੍ਰਚਲਿਤ ਹੋ ਗਿਆ ਕਿ ਕੋਈ ਵੀ ਵਿਅਕਤੀ ਹੈ ਜਿਹੜਾ ਉਹ ਇਸ ਗੱਲ ਨੂੰ ਆਧਾਰ ਬਣਾ ਕਰਕੇ ਕਿ ਮੈਂ ਬੋਲਦਾ ਨਹੀਂ ਹਾਂ, ਤੇ ਉਹਨਾਂ ਦੇ ਜਿਹੜੇ ਚੇਲੇ ਹੁੰਦੇ ਨੇ ਉਹ ਵੀ ਇਸ ਗੱਲ ਦੇ ਉੱਪਰ ਪੂਰਨ ਤੌਰ ਦੇ ਉੱਤੇ ਭਰੋਸਾ ਕਰਦੇ ਨੇ ਕਿ ਸਾਡੇ ਜਿਹੜੇ ਮਹਾਂਪੁਰਸ਼ ਨੇ ਜਾਂ ਜਿਹੜੇ ਸਾਡੇ ਬਾਬੇ ਨੇ ਉਹ ਬੋਲਦੇ ਨਹੀਂ। ਪਰ ਪਾਤਸ਼ਾਹ ਜੀ ਕਹਿੰਦੇ ਨੇ, ਭਾਈ ਚੁੱਪੈ ਨਹਿ ਜ਼ੋਰ, ਚੁੱਪ ਰਹਿਣ ਦੇ ਉੱਤੇ ਕਿਸੇ ਦਾ ਕੋਈ ਜ਼ੋਰ ਨਹੀਂ ਚੱਲ ਸਕਦਾ। ਬੰਦਾ ਆਪਣੀ ਜ਼ੁਬਾਨ ਨੂੰ ਕੰਟਰੋਲ ਕਰ ਸਕਦਾ, ਪਰ ਜਿਹੜਾ ਮਨ ਹੈ ਨਾ, ਉਹ ਮਨ ਕਦੇ ਵੀ ਚੁੱਪ ਨਹੀਂ ਕਰ ਸਕਦਾ। ਤੇ ਜੇ ਮਨ ਨਾ ਚੁੱਪ ਕੀਤਾ ਤੇ ਫਿਰ ਜ਼ੁਬਾਨ ਦਾ ਚੁੱਪ ਹੋਣ ਦਾ ਕੋਈ ਫਾਇਦਾ ਨਹੀਂ, ਕਿਉਂਕਿ ਜਿਨ੍ਹਾਂ ਨੂੰ ਬਹੁਤਾ ਬੋਲਣ ਦੀ ਆਦਤ ਹੁੰਦੀ ਹੈ ਨਾ, ਤੇ ਫਿਰ ਉਹ ਚੁੱਪ ਨਹੀਂ ਰਹਿ ਸਕਦੇ ਹੁੰਦੇ। ਤੇ ਬਹੁਤਾ ਬੋਲਣ ਕਰਕੇ ਵੀ ਬੰਦਾ ਜਿਹੜਾ ਉਹ ਦੁਖੀ ਹੋ ਜਾਂਦਾ, ਕਿਉਂਕਿ ਬਹੁਤਾ ਬੋਲਣ ਦੇ ਨੁਕਸਾਨ ਹੀ ਨੁਕਸਾਨ ਨੇ। ਜਿਹੜਾ ਵਿਅਕਤੀ ਸੂਝਵਾਨ ਹੈ, ਗੁਰਸਿੱਖ ਹੈ, ਗੁਰੂ ਦੀ ਮੱਤ ਨੂੰ ਗ੍ਰਹਿਣ ਕਰਦਾ ਹੈ ਤੇ ਸਤਿਗੁਰੂ ਮਹਾਰਾਜ ਜੀ ਦੇ ਹੁਕਮ ਦੇ ਵਿੱਚ ਚੱਲਦਾ ਹੈ, ਉਹ ਵਿਅਕਤੀ ਇਸ ਭੇਦ ਨੂੰ ਸਮਝ ਜਾਂਦਾ ਹੈ ਕਿ ਬਹੁਤਾ ਬੋਲਣ ਝੱਖਣ ਹੋਏ, ਕਿ ਜਿਹੜਾ ਬਹੁਤਾ ਬੋਲਣਾ ਹੈ ਨਾ ਉਹ ਖੁਆਰ ਹੋਣਾ ਹੀ ਹੈ। ਕਿਉਂਕਿ ਜਿਵੇਂ ਮਨਸੂਰ ਦੇ ਬਾਬਤ ਕਿਸੇ ਵਿਦਵਾਨ ਨੇ ਬੜਾ ਸੋਹਣਾ ਕਿਹਾ ਹੈ ਕਿ ਸਭ ਤੇ ਭਲੀ ਚੁੱਪ, ਚੁੱਪ ਅੱਗੇ ਲੱਖ ਪੜਦਾ, ਜੇ ਮਨਸੂਰ ਨਾ ਬੋਲਦਾ ਕਿਉਂ ਸੂਲੀ ਤੇ ਚੜ੍ਹਦਾ। ਸੋ ਕਹਿਣ ਦਾ ਭਾਵ ਕਿ ਜਿਹੜੀ ਚੁੱਪ ਹੈ ਨਾ, ਉਹ ਇੱਕ ਬਹੁਤ ਵਧੀਆ ਜਿਹੜਾ ਆਪਾਂ ਕਹਿ ਸਕਦੇ ਹਾਂ ਕਿ ਗੁਣ ਹੈ। ਜਿਸ ਬੰਦੇ ਕੋਲੇ ਚੁੱਪ ਰਹਿਣ ਦਾ ਗੁਣ ਨਹੀਂ ਤੇ ਉਹਨੂੰ ਕੋਈ ਬਹੁਤਾ ਜ਼ਿਆਦਾ ਚੰਗਾ ਨਹੀਂ ਸਮਝਿਆ ਜਾਂਦਾ ਹੁੰਦਾ। ਪਰ ਪਾਤਸ਼ਾਹ ਕਹਿੰਦੇ ਨੇ, ਭਾਈ ਚੁੱਪ ਰਹਿਣ ਦੇ ਵਿੱਚ ਵੀ ਬੰਦੇ ਦਾ ਜ਼ੋਰ ਨਹੀਂ ਚੱਲਦਾ, ਬੰਦੇ ਦਾ ਬਲ ਨਹੀਂ ਚੁੱਪ ਰਹਿਣ ਦੇ ਵਿੱਚ ਚੱਲਦਾ। ਸਾਖੀਆਂ ਤਾਂ ਬਹੁਤ ਜ਼ਿਆਦਾ ਪ੍ਰਚਲਿਤ ਨੇ, ਇਤਨੀਆਂ ਕਿ ਜ਼ਿਆਦਾ ਸਾਖੀਆਂ ਨੇ ਕਿ ਜਿਹੜੀਆਂ ਜੇਕਰ ਆਪਾਂ ਸਾਖੀਆਂ ਦੇ ਨਾਲ ਕਥਾ ਕਰੀਏ ਤਾਂ ਬਹੁਤ ਜ਼ਿਆਦਾ ਜਿਹੜਾ ਸਮਾਂ ਹੈ ਉਹ ਬਤੀਤ ਹੋ ਜਾਂਦਾ। ਤੇ ਸਤਿਗੁਰੂ ਮਹਾਰਾਜ ਜੀ ਦੀ ਅਗਮ ਅਗਾਧ ਬੋਧ ਬਾਣੀ ਹੈ। ਆਪਾਂ ਲੜੀ ਦੇ ਤਹਿਤ, ਕਿਉਂਕਿ ਆਪਾਂ ਯਤਨ ਕਰਨੇ ਨੇ ਸਤਿਗੁਰੂ ਮਹਾਰਾਜ ਜੀ ਦੀ ਬਾਣੀ ਨੂੰ ਸਮਝਣ ਦੇ, ਤੇ ਜਿੱਥੇ ਮਹਾਰਾਜ ਜੀ ਦੀ ਬਾਣੀ ਸਮਝਣ ਦੇ ਵਿੱਚ ਕਿਤੇ ਨਾ ਕਿਤੇ ਕੋਈ ਰੁਕਾਵਟ ਪੈਦਾ ਹੋਵੇਗੀ, ਜਾਂ ਜਿਹੜਾ ਕੋਈ ਕਠਿਨ ਸ਼ਬਦ ਹੋਵੇਗਾ ਜਿਸ ਦੀ ਸਾਨੂੰ ਸਾਖੀ ਤੋਂ ਬਗੈਰ ਸਮਝ ਨਹੀਂ ਆ ਸਕਦੀ, ਉਸ ਸ਼ਬਦ ਦੇ ਨਾਲ ਹੀ ਆਪਾਂ ਸਾਖੀਆਂ ਨੇ ਜਿਹੜੀਆਂ ਉਹ ਸਰਵਣ ਕਰਿਆ ਕਰਾਂਗੇ। ਨਹੀਂ
ਕੇਵਲ ਤੇ ਕੇਵਲ ਆਪਾਂ ਸਿੱਧੇ ਸਥੂਲ ਜਿਹੜੇ ਅਰਥ ਕਰਨੇ ਨੇ, ਜਿਹੜੇ ਸਾਰਿਆਂ ਨੂੰ ਸਮਝ ਆ ਜਾਵਣ ਤੇ ਬਹੁਤਾ ਜ਼ਿਆਦਾ ਜਿਹੜਾ ਸਮਾਂ ਵੀ ਨਾ ਲੱਗੇ, ਕਿਉਂਕਿ ਮਹਾਰਾਜ ਜੀ ਦੀ ਬਾਣੀ ਅਗੰਮ ਅਗਾਧ ਬੋਧ ਹੈ। ਭਾਵੇਂ ਇੱਕ ਸ਼ਬਦ ਦੇ ਉੱਤੇ ਬੰਦਾ ਸਾਰੀ ਜ਼ਿੰਦਗੀ ਕਥਾ ਕਰੀ ਜਾਵੇ, ਪਰ ਬੰਦਾ ਖਤਮ ਹੋ ਸਕਦਾ, ਬਾਣੀ ਦੇ ਅਰਥ ਨਹੀਂ ਖਤਮ ਹੋ ਸਕਦੇ। ਬੰਦਾ ਮੁੱਕ ਜਾਂਦਾ। ਸਾਡੇ ਤੋਂ ਪਹਿਲਾਂ ਬੜਿਆਂ ਨੇ ਕਥਾ ਕੀਤੀ, ਬੜੇ ਆਏ ਬੜੇ ਚਲੇ ਗਏ। ਮਹਾਰਾਜ ਜੀ ਦੀ ਬਾਣੀ ਅੱਜ ਵੀ ਉੱਥੇ ਹੀ ਹੈ। ਕਥਾਕਾਰਾਂ ਨੇ ਆਪੋ ਆਪਣੇ ਅਰਥ ਬਦਲੇ ਨੇ, ਵਿਆਖਿਆਕਾਰਾਂ ਨੇ ਆਪੋ ਆਪਣੀਆਂ ਵਿਆਖਿਆ ਬਦਲੀਆਂ ਨੇ। ਤਕਰੀਬਨ 500 ਤੋਂ ਵੱਧ ਜਿਹੜਾ ਟੀਕਾ ਹੈ ਉਹ ਜਪਜੀ ਸਾਹਿਬ ਦਾ ਹੋਇਆ ਹੋਇਆ। ਭਾਈ ਵੀਰ ਸਿੰਘ ਜੀ ਦੀ ਜਿਹੜੀ ਲਾਇਬ੍ਰੇਰੀ ਬਣੀ ਹੋਈ ਹੈ ਉਸ ਦੇ ਵਿੱਚ 500 ਤੋਂ ਵੱਧ ਟੀਕੇ ਨੇ ਜਿਹੜੇ ਕੇਵਲ ਸ਼੍ਰੀ ਜਪਜੀ ਸਾਹਿਬ ਦੇ ਨੇ, ਤੇ 150 ਤੋਂ ਵੱਧ ਜਿਹੜਾ ਟੀਕਾ ਹੈ ਉਹ ਕੇਵਲ ਤੇ ਕੇਵਲ ਇਕੱਲਾ ਜਾਪ ਸਾਹਿਬ ਦਾ ਟੀਕਾ ਹੈ। ਸੋ ਕਹਿਣ ਦਾ ਭਾਵ ਕਿ ਵੱਖੋ ਵੱਖਰੇ ਅਰਥ ਨੇ, ਬੰਦਾ ਮੁੱਕ ਜਾਂਦਾ ਹੈ, ਪਰ ਬਾਣੀ ਦੇ ਅਰਥ ਭਾਵ ਨਹੀਂ ਖਤਮ ਹੁੰਦੇ। ਸੋ ਬਾਣੀ ਅਗੰਮ ਅਗਾਧ ਬੋਧ ਹੈ। ਤੇ ਅੱਗੇ ਸਤਿਗੁਰੂ ਮਹਾਰਾਜ ਜੀ ਸਾਨੂੰ ਸਮਝਾਉਂਦੇ ਹੋਏ, ਬਾਣੀ ਉਚਾਰਦੇ ਹੋਏ ਮਹਾਰਾਜ ਜੀ ਕਹਿ ਰਹੇ ਨੇ, ਜੋਰ ਨਾ ਮੰਗਣ ਦੇਣ ਨਾ ਜੋਰ। ਸਤਿਗੁਰੂ ਜੀ ਕਹਿੰਦੇ ਨੇ ਭਾਈ, ਮੰਗਣ ਦੇ ਵਿੱਚ ਵੀ ਜ਼ੋਰ ਨਹੀਂ ਚੱਲਦਾ, ਕਿਉਂਕਿ ਜੇ ਅਸੀਂ ਮੰਗਣਾ ਨਾ ਤਾਂ ਮਨ ਦੇ ਵਿੱਚ ਸ਼ਰਧਾ ਹੋਣੀ ਚਾਹੀਦੀ ਹੈ। ਸ਼ਰਧਾ ਦੇ ਨਾਲ, ਪ੍ਰੇਮ ਦੇ ਨਾਲ ਤਾਂ ਪ੍ਰਾਪਤ ਹੋ ਸਕਦਾ, ਪਰ ਜੇ ਅਸੀਂ ਕਹੀਏ ਕਿ ਅਸੀਂ ਜ਼ੋਰ ਦੇ ਨਾਲ ਜਾਂ ਬਲ ਦੇ ਨਾਲ ਕੁਝ ਪ੍ਰਾਪਤ ਕਰ ਲਾਂਗੇ ਤਾਂ ਬਲ ਦੇ ਨਾਲ ਨਹੀਂ ਪ੍ਰਾਪਤ ਹੋਣਾ, ਬਲ ਦੇ ਨਾਲ ਨਹੀਂ ਪ੍ਰਾਪਤ ਹੁੰਦਾ। ਕਿਉਂਕਿ ਜਦੋਂ ਵੀ ਕਦੇ ਪ੍ਰਾਪਤ ਹੋਇਆ ਨਾ ਤਾਂ ਉਹ ਪ੍ਰਾਪਤ ਸਿਰਫ ਨਿਮਰਤਾ ਦੇ ਨਾਲ ਹੋਇਆ। ਕੋਈ ਵੀ ਵਸਤੂ ਪ੍ਰਾਪਤ ਹੁੰਦੀ ਹੈ ਬੰਦੇ ਨੂੰ, ਉਹ ਨਿਮਰਤਾ ਦੇ ਨਾਲ ਪ੍ਰਾਪਤ ਹੁੰਦੀ ਹੈ, ਜ਼ੋਰ ਦੇ ਨਾਲ ਨਹੀਂ, ਬਲ ਦੇ ਨਾਲ ਨਹੀਂ ਪ੍ਰਾਪਤ ਹੋ ਸਕਦੀ। ਦੇਣ ਨਾ ਜ਼ੋਰ, ਤੇ ਸਾਡੇ ਕੋਲੇ ਇੰਨਾ ਬਲ ਵੀ ਨਹੀਂ, ਜ਼ੋਰ ਵੀ ਨਹੀਂ ਕਿ ਅਸੀਂ ਕਿਸੇ ਨੂੰ ਕੁਝ ਦੇ ਸਕੀਏ। ਬੰਦਾ ਸਾਰੀ ਜ਼ਿੰਦਗੀ ਮਾਣਤਾ ਜ਼ਰੂਰ ਕਰਦਾ ਕਿ ਮੈਂ ਫਲਾਣੇ ਨੂੰ ਇਹ ਦੇਣ ਦੇ ਸਮਰੱਥਾ, ਮੈਂ ਦੇ ਸਕਦਾ, ਪਰ ਬੰਦੇ ਦੇ ਹੱਥ ਵੱਸ ਕੁਝ ਨਹੀਂ ਹੁੰਦਾ। ਬੰਦਾ ਕਿਸੇ ਨੂੰ ਕੁਝ ਨਹੀਂ ਦੇ ਸਕਦਾ। ਬੰਦੇ ਦੇ ਵਿੱਚ ਇਤਨਾ ਬਲ ਹੈ ਹੀ ਨਹੀਂ ਕਿ ਬੰਦਾ ਕਿਸੇ ਨੂੰ ਕੁਝ ਦੇ ਦੇਵੇ। ਤੇ ਸਤਿਗੁਰੂ ਮਹਾਰਾਜ ਜੀ ਸਾਨੂੰ ਸਮਝਾਉਣ ਦੇ ਲਈ ਕਹਿੰਦੇ ਨੇ ਕਿ ਭਾਈ, ਮੰਗਣ ਦੇ ਵਿੱਚ ਵੀ ਜ਼ੋਰ ਨਹੀਂ ਹੈ। ਸਾਡੇ ਕੋਲੇ ਦਾਤ ਮੰਗਣ ਦਾ ਵੀ ਬਲ ਨਹੀਂ। ਜੇ ਅਸੀਂ ਕਹੀਏ ਕਿ ਅਸੀਂ ਧੱਕੇ ਦੇ ਨਾਲ ਜਿਹੜੀ ਵਸਤੂ ਸਾਡੇ ਭਾਗਾਂ ਦੇ ਵਿੱਚ ਹੈ ਨਹੀਂ ਉਹ ਪ੍ਰਾਪਤ ਕਰ ਲਵਾਂਗੇ ਤਾਂ ਸਾਡੀ ਮੂਰਖਤਾ ਹੈ। ਤੇ ਜਾ ਕਹਿ ਦਈਏ ਕਿ ਅਸੀਂ ਫਲਾਣੀ ਵਸਤੂ ਹੈ ਜਿਹੜੀ ਉਹ ਦਾਨ ਕਰਨ ਦੇ ਕਾਬਲ ਹਾਂ, ਅਸੀਂ ਦਾਨ ਕਰ ਸਕਦੇ ਹਾਂ। ਤੇ ਭਾਈ, ਜੇ ਪਰਮੇਸ਼ਰ ਵਾਹਿਗੁਰੂ ਨੇ ਵਸਤੂ ਦਿੱਤੀ ਹੈ ਤਾਂ ਅਸੀਂ ਦਾਨ ਕਰ ਸਕਦੇ ਹਾਂ। ਜੇ ਵਸਤੂ ਹੀ ਨਾ ਹੋਵੇ ਤੇ ਜੇ ਦਾਤ ਹੀ ਨਾ ਹੋਵੇ ਤਾਂ ਅਸੀਂ ਦਾਨ ਕੀ ਕਰਾਂਗੇ। ਸੋ ਕਹਿਣ ਦਾ ਭਾਵ ਕਿ ਦਾਨ ਦੇਣ ਦੇ ਵਿੱਚ ਵੀ, ਜਾਂ ਕਹਿ ਲਈਏ ਕਿ ਦਾਨ ਦੇਣ ਦੇ ਲਈ ਵੀ ਸਾਡੇ ਕੋਲੇ ਜ਼ੋਰ ਨਹੀਂ, ਬਲ ਨਹੀਂ। ਕਿਸੇ ਨੂੰ ਕੋਈ ਵਸਤੂ, ਅਸੀਂ ਇੰਨਾ ਜ਼ੋਰ ਨਹੀਂ ਹੈਗਾ ਕਿ ਆਪਣੇ ਬਲ ਦੇ ਨਾਲ ਕਿਸੇ ਨੂੰ ਕੋਈ ਵਸਤੂ ਦੇ ਸਕੀਏ। ਜੋਰ ਨਾ ਜੀਵਨ ਮਰਨ ਨਹਿ ਜੋਰ। ਸਤਿਗੁਰੂ ਮਹਾਰਾਜ ਜੀ ਸਮਝਾਉਂਦੇ ਨੇ ਭਾਈ ਕਿ ਸਾਡੇ ਜੀਵਾਂ ਕੋਲੇ ਇੰਨਾ ਜ਼ੋਰ ਨਹੀਂ ਹੈ, ਇੰਨਾ ਬਲ ਨਹੀਂ ਹੈ ਕਿ ਜਿਸ ਬਲ ਦੇ ਨਾਲ ਅਸੀਂ ਆਪਣੀ ਮਰਜ਼ੀ ਦੇ ਅਨੁਸਾਰ ਜਿਉ ਸਕੀਏ। ਜਿਤਨੀ ਆਰਜੂ ਪਰਮੇਸ਼ਰ ਵਾਹਿਗੁਰੂ ਨੇ ਬਖਸ਼ੀ ਹੈ ਨਾ, ਉਤਨੇ ਕਿ ਹੀ ਵਿਅਕਤੀ ਨੇ ਸਵਾਸ ਲੈਣੇ ਨੇ। ਨਾ ਇੱਕ ਸਵਾਸ ਵੱਧ ਲੈ ਸਕਦਾ ਤੇ ਨਾ ਇੱਕ ਸਵਾਸ ਘੱਟ ਲੈ ਸਕਦਾ। ਤੇ ਮਹਾਰਾਜ ਕਹਿੰਦੇ ਨੇ ਭਾਈ, ਜਿਉਣ ਦੇ ਵਿੱਚ ਵੀ ਕਿਸੇ ਪ੍ਰਕਾਰ ਦਾ ਸਾਡੇ ਕੋਲੇ ਕੋਈ ਬਲ ਨਹੀਂ ਹੈ। ਮਰਨ ਨਹਿ ਜੋਰ, ਤੇ ਮਰਨ ਦਾ ਵੀ ਕਿਸੇ ਕੋਲੇ ਕੋਈ ਬਲ ਨਹੀਂ ਹੈ। ਕੋਈ ਆਪਣੇ ਬਲ ਦੇ ਨਾਲ ਮਰ ਵੀ ਨਹੀਂ ਸਕਦਾ। ਜੇ ਕੋਈ ਕਹੇ ਕਿ ਮੈਂ ਮਰ ਸਕਦਾ ਨਾ, ਤੇ ਜੇ ਤਾਂ ਉਹਦੀ ਉਮਰ ਲਿਖੀ ਹੈ ਕਿ ਉਸ ਵਿਧੀ ਦੇ ਦੁਆਰਾ ਉਹਦੀ ਜਾਨ ਜਾਵੇਗੀ, ਤਾਂ ਹੀ ਉਹ ਵਿਅਕਤੀ ਹੈ ਜਿਹੜਾ ਮਰ ਸਕਦਾ। ਨਹੀਂ, ਬੰਦੇ ਕੋਲੇ ਮਰਨ ਦਾ ਵੀ ਬਲ ਨਹੀਂ ਹੁੰਦਾ। ਬਥੇਰੇ ਇਹੋ ਜਿਹੇ ਹੁੰਦੇ ਨੇ ਕਿ ਮਰਨ ਦਾ ਬਹੁਤ ਯਤਨ ਕਰਦੇ ਨੇ ਕਿ ਮੈਂ ਅੱਜ ਮਰ ਜਾਣਾ, ਪਰ ਜਾਂ ਤਾਂ ਸੁਭਾਅ ਮਨ ਬਦਲ ਜਾਂਦਾ ਤੇ ਜਾਂ ਕਿਤੇ ਨਾ ਕਿਤੇ ਜਾ ਕਰਕੇ ਪਰਿਵਾਰ ਦੀ ਫਿਕਰ ਪੈ ਜਾਂਦੀ ਹੈ, ਚੇਤਾ ਪੈ ਜਾਂਦਾ
ਜਾਂ ਮਰਨ ਦੇ ਯਤਨ ਵੀ ਕਰਦੇ ਨੇ, ਪਰ ਕੋਈ ਨਾ ਕੋਈ ਕਹਿੰਦੇ ਬਚਾ ਲੈਂਦਾ। ਸੋ ਕਹਿਣ ਦਾ ਭਾਵ ਕਿ ਮਰਨ ਦੇ ਉੱਤੇ ਵੀ ਜ਼ੋਰ ਨਹੀਂ ਚੱਲਦਾ। ਜਾਂ ਇਹ ਕਹਿ ਲਈਏ ਕਿ ਕੋਈ ਬੰਦਾ ਕਹਿੰਦਾ ਮੈਂ ਫਲਾਣੇ ਧਾਰਮਿਕ ਸਥਾਨ ਦੇ ਉੱਤੇ ਜਾ ਕਰਕੇ ਆਪਣਾ ਸਰੀਰ ਤਿਆਗਾਂ, ਤੇ ਉਹ ਭਾਈ ਇਸ ਪ੍ਰਕਾਰ ਉਹਦੀ ਇੱਛਾ ਦੇ ਅਨੁਸਾਰ ਉਹ ਨਹੀਂ ਮਰ ਸਕਦਾ। ਤੇ ਜੇ ਕੋਈ ਕਹੇ ਕਿ ਮੇਰੇ ਕੋਲ ਇੰਨਾ ਕੁ ਬਲ ਹੈ ਕਿ ਮੈਂ ਆਪਣੇ ਧੀ ਪੁੱਤਰ ਦੀ ਗੋਦ ਦੇ ਵਿੱਚ ਜਾਨ ਦੇਵਾਂ, ਤਾਂ ਸਾਡੇ ਕੋਲ ਇੰਨਾ ਬਲ ਹੈ ਨਹੀਂ ਕਿ ਅਸੀਂ ਆਪਣੀ ਇੱਛਾ ਦੇ ਅਨੁਸਾਰ ਮਰ ਵੀ ਸਕੀਏ। ਤੇ ਜਾਂ ਕੋਈ ਕਹੇ ਕਿ ਮੈਂ ਯੁੱਧ ਕਰਦਾ, ਜੰਗ ਕਰਦਾ ਹੋਇਆ ਜੰਗ ਦੇ ਮੈਦਾਨ ਦੇ ਵਿੱਚ ਮਰ ਜਾਵਾਂ। ਬਹੁਤ ਜ਼ਿਆਦਾ ਇਹੋ ਜਿਹੇ ਹੁੰਦੇ ਨੇ ਕਿ ਜਿਹੜੇ ਸੋਚਦੇ ਨੇ ਕਿ ਅਸੀਂ ਜੰਗ ਦੇ ਮੈਦਾਨ ਦੇ ਵਿੱਚ ਆਪਣੇ ਪ੍ਰਾਣ ਤਿਆਗੀਏ, ਪਰ ਜੇ ਪਰਮੇਸ਼ਰ ਵਾਹਿਗੁਰੂ ਨੂੰ ਮਨਜ਼ੂਰ ਨਹੀਂ ਤਾਂ ਬੰਦਾ ਜੰਗ ਦੇ ਮੈਦਾਨ ਦੇ ਵਿੱਚ ਵੀ ਜੂਝ ਕੇ ਨਹੀਂ ਮਰ ਸਕਦਾ। ਭਾਵੇਂ ਇਤਿਹਾਸ ਫਰੋਲ ਲਓ, ਸਤਿਗੁਰੂ ਮਹਾਰਾਜ ਜੀ ਦੇ ਨਾਲ ਬੜੇ ਸਿੱਖ ਰਹੇ ਨੇ। ਸਤਿਗੁਰੂ ਮਹਾਰਾਜ ਜੀ ਅਨੰਦਪੁਰ ਸਾਹਿਬ ਛੱਡ ਕੇ ਆਉਂਦੇ ਨੇ। ਗੁਰੂ ਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਮਾਛੀਵਾੜੇ ਦੇ ਜੰਗਲਾਂ ਦੇ ਵਿੱਚ ਰਹਿੰਦੇ ਨੇ। ਪਾਤਸ਼ਾਹ ਜੀ ਚਮਕੌਰ ਦਾ ਮਹਾਰਾਜ ਜੀ ਨੇ ਜੰਗ ਵੀ ਕੀਤਾ ਹੈ, ਮੁਕਤਸਰ ਸਾਹਿਬ ਦਾ ਜੰਗ ਵੀ ਕੀਤਾ ਹੈ। ਤੇ ਪਰ ਫਿਰ ਵੀ ਬਾਬਾ ਦੀਪ ਸਿੰਘ, ਭਾਈ ਮਣੀ ਸਿੰਘ ਸਾਹਿਬ ਵਰਗੇ ਜਿਹੜੇ ਸੂਰਬੀਰ ਯੋਧੇ ਨੇ, ਉਹ ਵੀ ਜੇ ਚਾਹੁੰਦੇ ਸ਼ਹਾਦਤ ਪ੍ਰਾਪਤ ਕਰ ਸਕਦੇ ਸੀ, ਪਰ ਮਹਾਰਾਜ ਜੀ ਨੇ ਕੋਈ ਸੇਵਾ ਹੋਰ ਲੈਣੀ ਸੀ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸੰਪਾਦਨਾ ਕਰਨੀ ਸੀ। ਸਤਿਗੁਰੂ ਮਹਾਰਾਜ ਜੀ ਨੇ ਆਦਿ ਬੀੜ ਰਚਨੀ ਸੀਗੀ। ਸਤਿਗੁਰੂ ਮਹਾਰਾਜ ਜੀ ਨੇ ਆਪਣੇ ਸਿੱਖਾਂ ਨੂੰ ਅਰਥ ਪੜ੍ਹਾਉਣੇ ਸੀਗੇ। ਸੰਪਰਦਾਵਾਂ ਦੇ ਆਗਾਜ਼ ਹੋਣੇ ਸੀਗੇ, ਸੰਪਰਦਾਵਾਂ ਦੀ ਸ਼ੁਰੂਆਤ ਹੋਣੀ ਸੀਗੀ। ਸਤਿਗੁਰੂ ਮਹਾਰਾਜ ਜੀ ਨੇ ਇਸੇ ਕਰਕੇ ਆਪਣੇ ਜਿਹੜੇ ਸਿੱਖ ਨੇ ਉਹਨਾਂ ਨੂੰ ਭਾਣੇ ਦੇ ਵਿੱਚ, ਹੁਕਮ ਦੇ ਵਿੱਚ ਚੱਲਣ ਦੀ ਆਗਿਆ ਕੀਤੀ ਹੈ। ਕਿਉਂਕਿ ਆਪਾਂ ਪਿੱਛੇ ਅਰਥਬੋਧ ਕਰਕੇ ਆਏ ਹਾਂ। ਅਰਥਬੋਧ ਸਾਰੀਆਂ ਸੰਗਤਾਂ ਨੇ ਸਰਵਣ ਵੀ ਕੀਤੇ ਕਿ ਹੁਕਮ ਹੈ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਏ। ਉਸ ਪਰਮੇਸ਼ਰ ਵਾਹਿਗੁਰੂ ਦੇ ਹੁਕਮ ਦੇ ਵਿੱਚ ਹੀ ਸਾਰਾ ਕੁਝ ਹੁੰਦਾ, ਉਹਦੇ ਹੁਕਮ ਤੋਂ ਬਾਹਰ ਕੁਝ ਨਹੀਂ। ਤੇ ਸਤਿਗੁਰੂ ਮਹਾਰਾਜ ਜੀ, ਗਰੀਬ ਨਵਾਜ ਮਹਾਰਾਜ ਜੀ ਨੇ ਜਿਤਨਾ ਵੀ ਕੁਝ ਕੀਤਾ ਉਹ ਪਰਮੇਸ਼ਰ ਵਾਹਿਗੁਰੂ ਦੇ ਹੁਕਮ ਦੇ ਵਿੱਚ ਕਿਵੇਂ ਚੱਲਣਾ ਹੈ, ਕਿਵੇਂ ਪਰਮੇਸ਼ਰ ਵਾਹਿਗੁਰੂ ਦੇ ਹੁਕਮ ਦੇ ਵਿੱਚ ਰਹਿਣਾ ਹੈ, ਉਹ ਸਾਨੂੰ ਸਮਝਾਉਣ ਦੇ ਲਈ ਮਹਾਰਾਜ ਜੀ ਨੇ ਇਹ ਸਾਰੇ ਜਿਹੜੇ ਕੌਤਕ ਕੀਤੇ ਨੇ। ਤੇ ਹੁਣ ਪਾਤਸ਼ਾਹ ਜੀ ਕਹਿੰਦੇ ਨੇ ਭਾਈ ਮਰਨ ਦੇ ਉੱਤੇ ਵੀ ਕਿਸੇ ਦਾ ਜ਼ੋਰ ਨਹੀਂ ਚੱਲਦਾ, ਕੋਈ ਬਲ ਨਹੀਂ ਚੱਲਦਾ, ਕੋਈ ਆਪਣੀ ਇੱਛਾ ਦੇ ਅਨੁਸਾਰ ਮਰ ਵੀ ਨਹੀਂ ਸਕਦਾ। ਕਈ ਵਾਰ ਮਰਨ ਦਾ ਯਤਨ ਕਰਦਾ, ਪਰ ਫਿਰ ਵੀ ਉਹਦੀ ਆਯੂ ਲੰਬੇਰੀ ਹੁੰਦੀ ਹੈ, ਉਮਰ ਵਧੇਰੀ ਹੁੰਦੀ ਹੈ ਤੇ ਬੰਦਾ ਬਚ ਜਾਂਦਾ। ਤੇ ਸਤਿਗੁਰੂ ਮਹਾਰਾਜ ਕਹਿੰਦੇ ਭਾਈ ਮਰਨ ਨਾ ਜ਼ੋਰ, ਬੰਦੇ ਕੋਲੇ ਮਰਨ ਦੇ ਲਈ ਵੀ ਜ਼ੋਰ ਨਹੀਂ ਹੈ। ਜੋਰ ਨ ਰਾਜ ਮਾਲ ਮਨਸੂਰ। ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਸਿੱਧਾਂ ਨੂੰ ਸਮਝਾਉਂਦੇ ਹੋਏ ਸਤਿਗੁਰੂ ਜੀ ਕਥਨ ਕਰਦੇ ਨੇ ਕਿ ਜਿਹੜਾ ਬੰਦੇ ਕੋਲੇ ਬਲ ਹੈ ਨਾ, ਬੰਦਾ ਹਰ ਵਾਰੀ ਆਪਣੇ ਬਲ ਦਾ ਜਿਹੜਾ ਉਹ ਹੰਕਾਰ ਕਰਦਾ, ਪਰ ਇਸ ਬੰਦੇ ਦੇ ਵਿੱਚ ਇੰਨਾ ਜ਼ੋਰ ਨਹੀਂ ਹੈ, ਬੰਦੇ ਕੋਲੇ ਇੰਨਾ ਬਲ ਨਹੀਂ ਹੈ ਕਿ ਆਪਣੇ ਬਲ ਦੇ ਨਾਲ ਜਿਹੜਾ ਉਹ ਰਾਜ ਭਾਗ ਹੈ ਜਿਹੜਾ ਉਹ ਪ੍ਰਾਪਤ ਕਰ ਸਕਦਾ ਹੋਵੇ। ਜ਼ੋਰ ਦੇ ਨਾਲ ਰਾਜ ਭਾਗ ਹੈ ਜਿਹੜਾ ਉਹ ਵੀ ਵਿਅਕਤੀ ਪ੍ਰਾਪਤ ਨਹੀਂ ਕਰ ਸਕਦਾ ਜੇਕਰ ਪਰਮੇਸ਼ਰ ਵਾਹਿਗੁਰੂ ਦਾ ਹੁਕਮ ਨਹੀਂ ਹੈ। ਕਈ ਵਾਰ ਅਸੀਂ ਦੇਖਦੇ ਹਾਂ ਕਿ ਬਹੁਤ ਤਕੜੇ ਤੋਂ ਤਕੜੇ ਯੋਧੇ ਤੋਂ ਯੋਧੇ, ਸੂਰਬੀਰ ਤੋਂ ਸੂਰਬੀਰ ਪਏ ਹੁੰਦੇ ਨੇ, ਪਰ ਜੇ ਉਹ ਕਹਿਣ ਕਿ ਅਸੀਂ ਰਾਜ ਕਰ ਸਕਦੇ ਹਾਂ, ਤੇ ਜੇ ਤਾਂ ਰਾਜ ਸੁੱਖ ਭੋਗਣਾ ਹੈ ਉਹਨਾਂ ਦੇ ਭਾਗਾਂ ਦੇ ਵਿੱਚ ਤਾਂ ਉਹ ਰਾਜ ਸੁੱਖ ਭੋਗ ਸਕਦੇ ਨੇ। ਤੇ ਜੇਕਰ ਰਾਜ ਭੋਗਣ ਦਾ ਪਰਮੇਸ਼ਰ ਵਾਹਿਗੁਰੂ ਨੇ ਹੁਕਮ ਨਹੀਂ ਕੀਤਾ ਤੇ ਕਹਿੰਦੇ ਸਾਰੀ ਜ਼ਿੰਦਗੀ ਘਾਲ ਕਮਾਈ ਘਾਲਦੇ ਨੇ, ਰਾਜ ਭਾਗ ਪ੍ਰਾਪਤ ਵੀ ਕਰ ਲੈਂਦੇ ਨੇ, ਪਰ ਕਹਿੰਦੇ ਰਾਜ ਭਾਗ ਚਲਾਉਣ ਦਾ ਜੇ ਪਰਮੇਸ਼ਰ ਵਾਹਿਗੁਰੂ ਨੇ ਹੁਕਮ ਨਹੀਂ ਨਾ ਕੀਤਾ ਤਾਂ ਉਹ ਰਾਜ ਭਾਗ ਚਲਾ ਵੀ ਨਹੀਂ ਸਕਦੇ, ਰਾਜ ਭਾਗ ਦਾ ਸੁੱਖ ਨਹੀਂ ਮਾਣ ਸਕਦੇ। ਪ੍ਰਾਪਤ ਕਰ ਲੈਂਦੇ ਨੇ ਪਰ ਸੁੱਖ ਨਹੀਂ ਮਾਣ ਸਕਦੇ। ਮਹਾਰਾਜ ਜੀ ਕਹਿੰਦੇ ਨੇ ਭਾਈ ਜੋਰ ਨਾ ਰਾਜ ਮਾਲ ਮਨਸੂਰ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਭਾਈ ਜ਼ੋਰ ਦੇ ਨਾਲ ਜਿੱਥੇ ਰਾਜ ਮਾਲ ਦੀ ਪ੍ਰਾਪਤੀ ਨਹੀਂ ਹੁੰਦੀ, ਉੱਥੇ ਇਹਨਾਂ ਨੂੰ ਸੂਰ ਨਾਮ ਹੈ ਜਿਹੜਾ ਉਹ ਤਿਆਗਣ ਦਾ,
ਮਾਲ ਮਨ ਸੂਰ ਹਨ। ਸਤਿਗੁਰੂ ਮਹਾਰਾਜ ਕਹਿੰਦੇ ਨੇ ਭਾਈ ਇਹਨਾਂ ਨੂੰ ਤਿਆਗਣ ਦਾ ਵੀ ਬੰਦੇ ਕੋਲੇ ਜ਼ੋਰ ਬਲ ਨਹੀਂ ਪ੍ਰਾਪਤ ਹੋ ਸਕਦਾ, ਜਾਂ ਕਹਿ ਲਈਏ ਕਿ ਬੰਦੇ ਕੋਲੇ ਇੰਨਾ ਬਲ ਨਹੀਂ ਕਿ ਉਹ ਆਪਣੇ ਬਲ ਦੇ ਨਾਲ ਰਾਜ ਭਾਗ ਨੂੰ ਤਿਆਗ ਸਕਦਾ ਹੋਵੇ। ਜੋਰ ਨਾ ਸੁਰਤੀ ਗਿਆਨ ਵਿਚਾਰ। ਸਤਿਗੁਰੂ ਮਹਾਰਾਜ ਜੀ ਕਹਿੰਦੇ ਨੇ ਕਿ ਭਾਈ ਉਹ ਜਿਹੜਾ ਪਰਮੇਸ਼ਰ ਵਾਹਿਗੁਰੂ ਆ ਉਹ ਬੜਾ ਬੇਅੰਤ ਹੈ। ਤੇ ਜੇ ਬੰਦਾ ਕਹੇ ਕਿ ਮੈਂ ਜ਼ੋਰ ਦੇ ਨਾਲ ਮੈਂ ਆਪਣੇ ਬਲ ਦੇ ਨਾਲ ਉਸ ਪਰਮੇਸ਼ਰ ਵਾਹਿਗੁਰੂ ਦੇ ਗਿਆਨ ਨੂੰ ਵਿਚਾਰ ਸਕਦਾ ਨਾ, ਤੇ ਮਹਾਰਾਜ ਕਹਿੰਦੇ ਭਾਈ ਇਹਦੇ ਕੋਲੇ ਇੰਨਾ ਬਲ ਨਹੀਂ ਹੈ। ਤੇ ਬੰਦਾ ਆਪਣੇ ਬਲ ਦੇ ਨਾਲ ਉਸ ਪਰਮੇਸ਼ਰ ਵਾਹਿਗੁਰੂ ਦੇ ਵੇਦਾਂ ਦੀ, ਜਾਂ ਕਹਿ ਲਈਏ ਕਿ ਉਹਦੇ ਗਿਆਨ ਦੀ ਵਿਚਾਰ ਨਹੀਂ ਕਰ ਸਕਦਾ, ਇਹਦੇ ਕੋਲੇ ਇੰਨਾ ਬਲ ਹੀ ਨਹੀਂ ਹੈ। ਜਾਂ ਕਹਿ ਸਕਦੇ ਹਾਂ ਕਿ ਪਰਮੇਸ਼ਰ ਵਾਹਿਗੁਰੂ ਦਾ ਗਿਆਨ ਪ੍ਰਾਪਤ ਕਰਨ ਦੇ ਲਈ ਜਿਹੜਾ ਬਿਰਤੀ ਦਾ ਧਿਆਨ ਲਾਉਣਾ ਪੈਂਦਾ ਨਾ, ਜਿਹੜੀ ਸੁਰਤੀ ਟਿਕਾਉਣੀ ਪੈਂਦੀ ਹੈ, ਬੰਦੇ ਕੋਲੇ ਉਸ ਸੁਰਤੀ ਟਿਕਾਉਣ ਦਾ ਬਲ ਨਹੀਂ। ਜਿਹਦੇ ਕੋਲੇ ਸੁਰਤੀ ਟਿਕਾਉਣ ਦਾ ਬਲ ਹੈ, ਜਿਹਨੂੰ ਪਰਮੇਸ਼ਰ ਵਾਹਿਗੁਰੂ ਨੇ ਅੰਮ੍ਰਿਤ ਵੇਲੇ ਚੌਂਕੜਾ ਮਾਰਨ ਦੀ ਜੁਗਤੀ ਬਖਸ਼ੀ ਹੈ ਨਾ, ਜਿਹਨੂੰ ਅੰਮ੍ਰਿਤ ਵੇਲੇ ਦਰਬਾਰ ਦੇ ਵਿੱਚ ਆਉਣ ਦਾ ਸੁਭਾਗ ਸਮਾਂ ਪ੍ਰਾਪਤ ਹੁੰਦਾ, ਉਹੀ ਉਸ ਪਰਮੇਸ਼ਰ ਵਾਹਿਗੁਰੂ ਦੇ ਗੁਣਾਂ ਦੀ ਵਿਚਾਰ ਕਰ ਸਕਦਾ, ਉਹੀ ਚੌਂਕੜਾ ਲਾ ਕਰਕੇ ਬੈਠ ਸਕਦਾ, ਉਹੀ ਬੰਦਗੀ ਕਰ ਸਕਦਾ ਜਿਹਨੂੰ ਮਹਾਰਾਜ ਜੀ ਨੇ ਹੁਕਮ ਕੀਤਾ, ਬਖਸ਼ਿਸ਼ ਕੀਤੀ ਹੈ, ਜਿਹਨੂੰ ਬਲ ਦਿੱਤਾ। ਜਿਹਦੇ ਕੋਲੇ ਬਲ ਨਹੀਂ ਹੈ, ਜਿਹਨੂੰ ਪਰਮੇਸ਼ਰ ਵਾਹਿਗੁਰੂ ਜੀ ਨੇ ਇਹ ਜ਼ੋਰ ਨਹੀਂ ਦਿੱਤਾ, ਬਲ ਨਹੀਂ ਦਿੱਤਾ, ਉਹ ਉਸਦੇ ਗਿਆਨ ਦੀ ਵਿਚਾਰ ਨਹੀਂ ਕਰ ਸਕਦਾ। ਜੋਰ ਨਾ ਜੁਗਤੀ ਛੁਟੈ ਸੰਸਾਰ। ਸਤਿਗੁਰੂ ਮਹਾਰਾਜ ਜੀ ਸਾਨੂੰ ਸਮਝਾਉਂਦੇ ਹੋਏ ਮਹਾਰਾਜ ਕਹਿੰਦੇ ਨੇ ਕਿ ਭਾਈ ਬੰਦੇ ਕੋਲੇ ਇਤਨਾ ਬਲ ਨਹੀਂ ਹੈ ਕਿ ਉਹ ਜਿਹੜੀਆਂ ਜੁਗਤੀਆਂ ਮੁਕਤੀਆਂ ਵਰਤ ਕਰਕੇ ਸੰਸਾਰ ਤੋਂ ਛੁੱਟ ਸਕਦਾ ਹੋਵੇ, ਸੰਸਾਰ ਤੋਂ ਉਪਰਾਮਤਾ ਹਾਸਲ ਕਰ ਸਕਦਾ ਹੋਵੇ। ਕਿਸੇ ਵੀ ਪ੍ਰਕਾਰ ਦੀਆਂ ਜੁਗਤੀਆਂ ਮੁਕਤੀਆਂ ਵਰਤ ਕਰਕੇ ਜੀਵ ਸੰਸਾਰ ਤੋਂ ਉਪਰਾਮਤਾ ਨਹੀਂ ਹਾਸਲ ਕਰ ਸਕਦਾ। ਐਸਾ ਇਤਨਾ ਜੀਵ ਕੋਲੇ ਬਲ ਹੀ ਨਹੀਂ ਹੈ। ਜਿਸ ਹੱਥ ਜੋਰ ਕਰ ਵੇਖੈ ਸੋਏ। ਮਹਾਰਾਜ ਜੀ ਕਹਿੰਦੇ ਨੇ ਕਿ ਭਾਈ ਜਿਸ ਦੇ ਹੱਥ ਦੇ ਵਿੱਚ ਬਲ ਹੋਵੇ, ਜੇ ਕੋਈ ਕਹਿੰਦਾ ਕਿ ਮੈਂ ਇਸ ਸਾਰੇ ਸਿਸਟਮ ਦੇ ਵਿੱਚ, ਜਾਂ ਕਹਿ ਲਈਏ ਕਿ ਜੇ ਕੋਈ ਕਹਿ ਸਕਦਾ ਹੈ, ਜਾਂ ਜੇ ਕੋਈ ਕਹਿੰਦਾ ਹੈ ਕਿ ਮੈਂ ਆਪਣਾ ਬਲ ਦੇ ਨਾਲ, ਮੈਂ ਆਪਣੇ ਬਲ ਦੇ ਨਾਲ ਇਹ ਸਾਰਾ ਕੁਝ ਕਰ ਸਕਦਾ, ਤੇ ਸਤਿਗੁਰੂ ਮਹਾਰਾਜ ਜੀ ਕਹਿੰਦੇ ਨੇ ਭਾਈ ਉਹ ਕਰਕੇ ਵੇਖ ਲਵੇ। ਜਿਹੜਾ ਵਿਅਕਤੀ, ਜਿਹੜਾ ਜੀਵ ਆਪਣੇ ਆਪ ਨੂੰ ਆਜ਼ਾਦ ਦੱਸਦਾ ਕਿ ਮੈਂ ਆਜ਼ਾਦ ਆ, ਮੈਂ ਆਪਣੇ ਬਲ ਦੇ ਨਾਲ ਆਹ ਵੀ ਕਰ ਸਕਦਾ, ਮੈਂ ਆਪਣੇ ਬਲ ਦੇ ਨਾਲ ਉਹ ਵੀ ਕਰ ਸਕਦਾ, ਤੇ ਸਤਿਗੁਰੂ ਮਹਾਰਾਜ ਕਹਿੰਦੇ ਭਾਈ ਉਹ ਆਪਣਾ ਬਲ ਲਾ ਕਰਕੇ ਦੇਖ ਲਵੇ। ਜਿਸ ਹੱਥ ਜੋਰ ਕਰ ਵੇਖੈ ਸੋਏ। ਜਿਹਦੇ ਹੱਥਾਂ ਦੇ ਵਿੱਚ ਜ਼ੋਰ ਹੈ ਨਾ, ਜਿਹਦੇ ਹੱਥਾਂ ਦੇ ਵਿੱਚ ਬਲ ਹੈ, ਜੇ ਕੋਈ ਕਹਿੰਦਾ ਕਿ ਮੈਂ ਆ ਕਰ ਸਕਦਾ, ਤੇ ਭਾਈ ਮਹਾਰਾਜ ਕਹਿੰਦੇ ਨੇ ਉਹ ਕਰਕੇ ਦੇਖ ਲਵੇ। ਕਿਉਂਕਿ ਗੁਰਬਾਣੀ ਦਾ ਫਰਮਾਨ ਹੈ, ਕਹੋ ਮਾਨੁਖ ਤੇ ਕਿਆ ਹੋਏ ਆਵੈ, ਜੋ ਤਿਸ ਭਾਵੈ ਸੋਈ ਕਰਾਵੈ। ਇਸ ਕਾ ਹਾਥ ਹੋਏ ਤਾਂ ਸਭ ਕੁਛ ਲੈ, ਜੋ ਤਿਸ ਭਾਵੈ ਸੋਈ ਕਰੀ। ਕਿਉਂਕਿ ਗੁਰਬਾਣੀ ਦਾ ਫਰਮਾਨ ਹੈ ਕਿ ਬੰਦੇ ਦੇ ਹੱਥ ਦੇ ਵਿੱਚ ਕੁਝ ਹੈ ਹੀ ਨਹੀਂ, ਬੰਦੇ ਦੇ ਹੱਥ ਦੇ ਵਿੱਚ ਬਲ ਨਹੀਂ ਹੈ। ਤੇ ਜੇਕਰ ਬੰਦੇ ਦੇ ਹੱਥ ਦੇ ਵਿੱਚ ਇੰਨਾ ਬਲ ਹੁੰਦਾ ਨਾ, ਬੰਦਾ ਕਿਸੇ ਨੂੰ ਦਾਤ ਦੇਣ ਦੇ ਸਮਰੱਥ ਹੁੰਦਾ, ਜਾਂ ਬੰਦਾ ਕਿਸੇ ਤੋਂ ਦਾਤ ਖੋਹਣ ਦੇ, ਰਿਜ਼ਕ ਖੋਹਣ ਦੇ ਸਮਰੱਥ ਹੁੰਦਾ, ਤਾਂ ਫਿਰ ਜਿਹੜੀ ਅੱਧੀ ਦੁਨੀਆ ਨਾ, ਉਹ ਤਾਂ ਰੰਜਿਸ਼ ਦੇ ਵਿੱਚ, ਈਰਖਾਬਾਜ਼ੀ ਦੇ ਵਿੱਚ ਜਿਹੜੀ ਭੁੱਖੀ ਮਾਰੀ ਜਾਣੀ ਸੀ। ਨਾਨਕ ਉੱਤਮ ਨੀਚ ਨਾ ਕੋਏ। ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਕਥਨ ਕਰਦੇ ਨੇ ਕਿ ਨਾ ਤਾਂ ਕੋਈ ਆਪਣੇ ਆਪ ਉੱਤਮ ਬਣ ਸਕਦਾ ਹੈ, ਤੇ ਨਾ ਹੀ ਕੋਈ ਨੀਚ ਬਣ ਸਕਦਾ ਹੈ। ਕਿਉਂਕਿ ਸਾਰੇ ਨੇ ਜਿਹੜੇ ਜੀਵ ਉਹ ਪਰਮੇਸ਼ਰ ਵਾਹਿਗੁਰੂ ਦੇ ਹੁਕਮ ਦੇ ਵਿੱਚ ਚੱਲਦੇ ਨੇ। ਜਿਵੇਂ ਪੰਜਵੇਂ ਪਾਤਸ਼ਾਹ ਰਾਮਕਲੀ ਰਾਗ ਦੇ ਵਿੱਚ ਕਹਿੰਦੇ ਨੇ, ਜਿਤ ਕੋ ਲਾਇਆ ਤਿਤ ਹੀ ਲਗਾਨਾ, ਨਾ ਕੋ ਮੂੜ ਨਹੀਂ ਕੋ ਸਿਆਣਾ। ਕਿ ਨਾ ਤਾਂ ਕੋਈ ਆਪਣੀ ਮਰਜ਼ੀ ਦੇ ਨਾਲ ਮੂਰਖ ਬਣਦਾ, ਤੇ ਨਾ ਹੀ ਕੋਈ ਸਿਆਣਾ ਬਣ ਸਕਦਾ ਹੈ।
ਇਹ ਸਾਰੀਆਂ ਜਿਹੜੀਆਂ ਗੱਲਾਂ ਨੇ ਇਹ ਪਰਮੇਸ਼ਰ ਵਾਹਿਗੁਰੂ ਦੇ ਅਧੀਨ ਨੇ, ਕਿਉਂਕਿ ਪਰਮੇਸ਼ਰ ਵਾਹਿਗੁਰੂ ਨੇ ਜੀਵ ਨੂੰ ਬੁੱਧੀ ਬਖਸ਼ੀ ਹੈ। ਇਸ ਬੁੱਧੀ ਨੂੰ ਕਿੱਧਰਲੇ ਪਾਸੇ ਲਾਉਣਾ ਹੈ ਇਹ ਜੀਵ ਦੇ ਉੱਪਰ ਡਿਪੈਂਡ ਕਰਦਾ ਹੈ। ਜੀਵ ਦੇ ਉੱਤੇ ਇਹ ਜਿਹੜੀ ਚੀਜ਼ ਟੁੱਕਦੀ ਹੈ ਕਿ ਅਸੀਂ ਆਪਣੀ ਬੁੱਧੀ ਨੂੰ ਕਿਸ ਪਾਸੇ ਲਾਉਣਾ। ਤੇ ਜੇ ਅਸੀਂ ਆਪਣੀ ਬੁੱਧੀ ਨੂੰ ਈਰਖਾ ਵਾਲੇ ਪਾਸੇ ਲਾਉਣਾ ਤਾਂ ਇਹਨੇ ਈਰਖਾ ਵਾਲੇ ਪਾਸੇ ਵੀ ਲੱਗ ਜਾਣਾ ਹੈ। ਜਿਵੇਂ ਬੁੱਲੇ ਸ਼ਾਹ ਦਾ ਇੱਕ ਕਥਨ ਹੈ ਕਿ ਬੁੱਲਿਆ ਮਨ ਦਾ ਕੀ ਸਮਝਾਉਣਾ, ਇੱਧਰੋਂ ਪੱਟ ਕੇ ਉੱਧਰ ਲਾਉਣਾ। ਕਿਉਂਕਿ ਮਨ ਹੈ ਜਿਹੜਾ, ਅਸੀਂ ਕਹਿ ਦਿੰਦੇ ਹਾਂ ਕਿ ਸਾਡਾ ਮਨ ਨਹੀਂ ਮੰਨਦਾ ਇਹ ਕੰਮ ਕਰਨਾ। ਮਨ ਮੰਨ ਜਾਂਦਾ, ਮਨ ਦਾ ਕੋਈ ਰੌਲਾ ਨਹੀਂ, ਪਰ ਕਹਿੰਦੇ ਮਨ ਨੂੰ ਪੱਟ ਕੇ ਦੂਜੇ ਪਾਸੇ ਪਹਿਲਾਂ ਲਾਉਣਾ ਪੈਂਦਾ। ਤੇ ਅਸੀਂ ਮਨ ਨੂੰ ਜੇ ਲਾਇਆ ਨਹੀਂ ਤਾਂ ਫਿਰ ਸਾਡਾ ਮਨ ਲੱਗੇਗਾ ਕਿਵੇਂ। ਅਸੀਂ ਕਹਿ ਦਿੰਦੇ ਹਾਂ ਮਨ ਹੈ ਜਿਹੜਾ ਨਿਤਨੇਮ ਦੇ ਵਿੱਚ ਬੰਦਗੀ ਦੇ ਵਿੱਚ ਟਿਕਦਾ ਨਹੀਂ, ਤੇ ਜੇ ਅਸੀਂ ਬੰਦਗੀ ਕਰਾਂਗੇ ਸਿਮਰਨ ਕਰਾਂਗੇ ਫੇਰ ਹੀ ਮਨ ਟਿਕੇਗਾ ਨਾ। ਤੇ ਜੇ ਅਸੀਂ ਬੰਦਗੀ ਕਰਨੀ ਨਹੀਂ ਸਿਮਰਨ ਕਰਨਾ ਨਹੀਂ ਤੇ ਮਨ ਵੀ ਹੈ ਜਿਹੜਾ ਉਹ ਫਿਰ ਕਿਸ ਪ੍ਰਕਾਰ ਟਿਕ ਸਕਦਾ ਹੈ। ਅਗਲੇਰੀ ਜਿਹੜੀ ਵਿਚਾਰ ਹੈ 34ਵੀਂ ਪੌੜੀ ਆਰੰਭ ਹੁੰਦੀ ਹੈ ਤੇ 34ਵੀਂ ਪੌੜੀ ਦੇ ਵਿੱਚ ਸਤਿਗੁਰੂ ਮਹਾਰਾਜ ਜੀ ਕਹਿੰਦੇ ਨੇ ਕਿ ਰਾਤੀ ਰੁੱਤੀ ਥਿਤੀ ਵਾਰ ਪਾਵਨ ਪਾਣੀ ਅਗਨੀ ਪਾਤਾਲ। ਇਸ ਪੌੜੀ ਦੀ ਵਿਚਾਰ ਆਪਾਂ ਕੱਲ੍ਹ ਨੂੰ ਆਰੰਭ ਕਰਾਂਗੇ। ਇਤਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ। ਸਤਿਗੁਰੂ ਮਹਾਰਾਜ ਕਿਰਪਾ ਕਰਨ, ਹੋਈਆਂ ਬੇਅੰਤ ਪ੍ਰਕਾਰ ਦੀ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਿਸ਼ ਕਰਨ। ਆਓ ਸ਼ਲੋਕ ਪੜ੍ਹ ਕਰਕੇ ਸਮਾਪਤੀ ਕਰੀਏ ਜੀ। ਸ਼ਲੋਕ ਪਵਨ ਗੁਰੂ ਬਾਣੀ ਪਿਤਾ ਮਾਤਾ ਤਰਤ ਮਹਤ ਦਿਵਸ ਰਾਤ ਦੁਇ ਦਾਈ ਦਇਆ ਖੇਲਾ ਸਗਲ ਜਗਤ ਚੰਗਿਆਈਆ ਬੁਰਾਈਆ ਵਾਚੈ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜਾ ਕੇ ਦੂਰ ਜਿਨੇ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁਟੀ ਨਾਲ ਜਿਨੇ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁਟੀ ਨਾਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।